ਹੈਲੋ ਦੋਸਤੋ, ਇੱਕ ਸਿੰਗਲ ਫੇਸ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਨੂੰ ਨਿਰਧਾਰਿਤ ਕਰਨ ਲਈ ਓਪਨ ਅਤੇ ਸ਼ਾਰਟ ਸਰਕਟ ਟੈਸਟ ਕਿਵੇਂ ਕਰਨਾ ਹੈ, ਇਸ ਬਾਰੇ ਇਸ ਐਕਸਰਸਾਈਜ਼ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਅੰਤ ਵਿੱਚ ਤੁਸੀਂ ਇਹ ਕਰ ਸਕੋਗੇ। ਆਇਰਨ ਜਾਂ ਕੋਰ ਦੇ ਲਾਸਸ ਦਾ ਪਤਾ ਲਗਾਉਣ ਲਈ ਇੱਕ ਓਪਨ ਸਰਕਟ ਟੈਸਟ ਕਰਨਾ, ਪੂਰੇ ਲੋਡ ਕਾਪਰ ਦੇ ਲਾਸਸ ਨੂੰ ਨਿਰਧਾਰਿਤ ਕਰਨ ਲਈ ਇੱਕ ਸ਼ਾਰਟ ਸਰਕਟ ਟੈਸਟ ਕਰਨਾ, ਵੱਖ-ਵੱਖ ਲੋਡ ਤੇ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਦਾ ਪਤਾ ਲਗਾਉਣਾ। ਆਓ ਟਰਾਂਸਫਾਰਮਰਸ ਵਿੱਚ ਹੋਣ ਵਾਲੀ ਲਾਸਸ ਬਾਰੇ ਚਰਚਾ ਕਰੀਏ। ਟਰਾਂਸਫਾਰਮਰ ਦੀ ਐਫੀਸ਼ੀਐਂਸੀ ਫਾਰਮੂਲਾਜ਼ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਐਫੀਸ਼ੀਐਂਸੀ ਆਉਟਪੁੱਟ ਪਾਵਰ ਨੂੰ ਇਨਪੁੱਟ ਪਾਵਰ ਨਾਲ ਡਿਵਾਈਡ ਕਰਨ ਦੇ ਬਰਾਬਰ ਹੁੰਦੀ ਹੈ। ਇਨਪੁੱਟ ਪਾਵਰ ਨੂੰ ਆਉਟਪੁੱਟ ਪਾਵਰ ਪਲੱਸ ਲਾਸਸ ਵਜੋਂ ਲਿਖਿਆ ਜਾ ਸਕਦਾ ਹੈ। ਇਸ ਦੀ ਐਫੀਸ਼ੀਐਂਸੀ ਨਿਰਧਾਰਿਤ ਕਰਨ ਲਈ ਟਰਾਂਸਫਾਰਮਰ ਦੇ ਲਾਸਸ ਦਾ ਪਤਾ ਲਗਾਉਣਾ ਬਹੁਤ ਮਹੱਤਵਪੂਰਨ ਹੈ। ਇੱਕ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਹਾਈ ਹੈ ਅਤੇ 95 ਤੋਂ 98% ਦੀ ਰੇਂਜ ਵਿੱਚ। ਇਸ ਦਾ ਮਤਲਬ ਹੈ ਕਿ ਟਰਾਂਸਫਾਰਮਰ ਦਾ ਲਾਸਸ ਇਨਪੁੱਟ ਪਾਵਰ ਦੇ 2% ਤੱਕ ਘਟੀ ਹੈ। ਐਫੀਸ਼ੀਐਂਸੀ ਦੀ ਗਣਨਾ ਕਰਦੇ ਸਮੇਂ ਆਮ ਤੌਰ ਤੇ ਇਨਪੁੱਟ ਅਤੇ ਆਉਟਪੁੱਟ ਪਾਵਰ ਨੂੰ ਸਿੱਧਾ ਮਾਪਣ ਦੇ ਬਜਾਏ ਟਰਾਂਸਫਾਰਮਰ ਦੇ ਲਾਸਸ ਨੂੰ ਨਿਰਧਾਰਿਤ ਕਰਨਾ ਬਹੁਤ ਵਧੀਆ ਹੁੰਦਾ ਹੈ। ਇੱਕ ਟਰਾਂਸਫਾਰਮਰ ਵਿੱਚ ਓਪਨ ਸਰਕਟ ਟੈਸਟ ਕੋਰ ਲਾਸਸ ਪ੍ਰਦਾਨ ਕਰਦਾ ਹੈ ਅਤੇ ਸ਼ਾਰਟ ਸਰਕਟ ਟੈਸਟ ਕਾਪਰ ਦੇ ਲਾਸਸ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਰੀਜ਼ਨੇਬਲ ਐਕਿਊਰੇਸੀ ਨਾਲ ਇਸ ਡਾਟਾ ਦੇ ਐਫੀਸ਼ੀਐਂਸੀ ਦਾ ਪਤਾ ਲਗਾਇਆ ਜਾ ਸਕਦਾ ਹੈ। ਟਰਾਂਸਫਾਰਮਰ ਵਿੱਚ ਦੋ ਤਰ੍ਹਾਂ ਦੇ ਲਾਸਸ ਹੁੰਦੇ ਹਨ, ਜਿਵੇਂ ਕਿ ਆਇਰਨ ਜਾਂ ਕੋਰ ਲਾਸਸ ਜਾਂ ਨੋ ਲੋਡ ਲਾਸਸ ਅਤੇ ਕਾਪਰ ਜਾਂ ਓਹਮਿਕ ਜਾਂ ਲੋਡ ਲਾਸਸ। ਨੋ ਲੋਡ ਲਾਸਸ ਵਿੱਚ ਦੋ ਭਾਗ ਹੁੰਦੇ ਹਨ, ਜੋ ਹਿਸਟੈਰੇਸਿਸ ਅਤੇ ਐਡੀ ਕਰੰਟ ਹੈ। ਕਾਪਰ ਜਾਂ ਲੋਡ ਲਾਸਸ, ਇਹ ਲਾਸਸ ਮੁੱਖ ਤੌਰ ਤੇ ਟਰਾਂਸਫਾਰਮਰ ਵਾਈਂਡਿੰਗ ਦੇ ਓਹਮਿਕ ਰੈਜ਼ਿਸਟੈਂਸ ਦੇ ਕਾਰਨ ਹੁੰਦਾ ਹੈ। ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗ ਦੇ ਰੈਜ਼ਿਸਟੈਂਸ ਦੁਆਰਾ ਲੋਡ ਕਰੰਟ I²R ਲਾਸਸ ਬਣਾਉਂਦਾ ਹੈ, ਜੋ ਕਾਪਰ ਦੀਆਂ ਵਾਇਰਸ ਨੂੰ ਗਰਮ ਕਰਦਾ ਹੈ ਅਤੇ ਵੋਲਟੇਜ ਦੀਆਂ ਡ੍ਰੌਪਸ ਦਾ ਕਾਰਨ ਬਣਦਾ ਹੈ। ਇਸ ਲਾਸਸ ਨੂੰ ਕਾਪਰ ਦੇ ਲਾਸਸ ਜਾਂ ਵੇਰੀਏਬਲ ਲਾਸਸ ਵੀ ਕਿਹਾ ਜਾਂਦਾ ਹੈ। ਟਰਾਂਸਫਾਰਮਰ ਵਿੱਚ ਕੋਰ ਲਾਸਸ ਸਾਰੀਆਂ ਲੋਡ ਸਥਿਤੀਆਂ ਲਈ ਕਾਂਸਟੈਂਟ ਲਾਸਸ ਹੈ। ਕਾਪਰ ਦੇ ਲਾਸਸ ਕਰੰਟ ਦੇ ਸਕੁਆਇਰ ਦੇ ਅਨੁਪਾਤ ਅਨੁਸਾਰ ਬਦਲਦਾ ਹੈ। ਨੋ ਲੋਡ ਲਾਸਸ ਜਾਂ ਕੋਰ ਲਾਸਸ ਨੂੰ ਨਿਰਧਾਰਿਤ ਕਰਨ ਲਈ ਓਪਨ ਸਰਕਟ ਟੈਸਟ ਕੀਤਾ ਜਾਂਦਾ ਹੈ। ਟਰਾਂਸਫਾਰਮਰ ਦੇ ਬਰਾਬਰ ਸਰਕਟ ਪੈਰਾਮੀਟਰਸ ਅਤੇ ਕਾਪਰ ਦੇ ਲਾਸਸ ਨਿਰਧਾਰਿਤ ਕਰਨ ਲਈ ਇੱਕ ਸ਼ਾਰਟ ਸਰਕਟ ਦੀ ਲੋੜ ਹੁੰਦੀ ਹੈ। ਆਓ ਇਹ ਐਕਸਰਸਾਈਜ਼ ਕਰਨ ਲਈ ਰਿਕੁਆਇਰਡ ਇਕਵਿਪਮੈਂਟਸ ਅਤੇ ਮਟੀਰੀਅਲਸ ਅਰੇਂਜ ਕਰੀਏ। ਵੋਲਟਮੀਟਰ ਮੂਵਿੰਗ ਆਇਰਨ 100 ਵੋਲਟਸ, ਵੋਲਟਮੀਟਰ ਮੂਵਿੰਗ ਆਇਰਨ 150 ਵੋਲਟਸ, ਵਾਟਮੀਟਰ, एमीटर मूविंग आयरन 5 amps, एमीटर मूविंग आयरन 15 amps, फ्रीक्वेंसी मीटर, सिंगल फेस पावर फैक्टर मीटर, ट्रांसफार्मर, ऑटो ट्रांसफार्मर, 3 पिन सर्किट दे नाल स्विच कंट्रोल, इनकैंडिसेंट लैंप, ट्यूबलाइट ते चोक अते फिटिंग्स। आयरन ਜਾਂ ਕੋਰ ਦੇ ਲਾਸਸ ਦਾ ਪਤਾ ਲਗਾਉਣ ਲਈ ਇੱਕ ਓਪਨ ਸਰਕਟ ਟੈਸਟ ਕਰੋ। ਦਿੱਤੇ ਹੋਏ ਟਰਾਂਸਫਾਰਮਰ ਦੇ HT ਅਤੇ LT ਟਰਮੀਨਲਸ ਦੀ ਪਛਾਣ ਕਰੋ। ਮਲਟੀਮੀਟਰ ਨੂੰ ਲੋ ਰੇਂਜ ਤੇ ਰੈਜ਼ਿਸਟੈਂਟ ਮੋਡ ਵਿੱਚ ਸੈੱਟ ਕਰੋ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗਸ ਦੀ ਰੈਜ਼ਿਸਟੈਂਸ ਮਾਪੋ। ਜੇ ਰੈਜ਼ਿਸਟੈਂਸ ਵੈਲਿਊ ਹਾਈ ਹੈ ਤਾਂ ਇਸ ਨੂੰ HT ਜਾਂ ਹਾਈ ਟੈਂਸ਼ਨ ਮੰਨਿਆ ਜਾਂਦਾ ਹੈ ਅਤੇ ਲੋ ਰੈਜ਼ਿਸਟੈਂਸ ਵੈਲਿਊ ਨੂੰ LT ਜਾਂ ਲੋ ਟੈਂਸ਼ਨ ਮੰਨਿਆ ਜਾਂਦਾ ਹੈ। ਇੱਥੇ ਕਿਉਂਕਿ ਦਿੱਤੇ ਗਏ ट्रांसफार्मर एक स्टेप अप ट्रांसफार्मर है, प्राइमरी LT है ਅਤੇ ਸੈਕੰਡਰੀ HT ਹੈ। ਓਪਨ ਸਰਕਟ ਟੈਸਟਿੰਗ ਹਮੇਸ਼ਾ LT ਸਾਈਡ ਕੀਤੀ ਜਾਂਦੀ ਹੈ, ਯਾਨੀ ਮੀਟਰ ਅਤੇ ਇਨਪੁੱਟ ਸਪਲਾਈ LT ਸਾਈਡਸ ਨਾਲ ਜੁੜੇ ਹੋਏ ਹਨ ਅਤੇ HT ਸਾਈਡ ਓਪਨ ਰੱਖੀ ਜਾਂਦੀ ਹੈ। ਸਟੈਪ ਅਪ ਟਰਾਂਸਫਾਰਮਰਸ ਵਿੱਚ ਇਨਪੁੱਟ ਸਪਲਾਈ ਪ੍ਰਾਇਮਰੀ ਸਾਈਡ ਜਾਂ LT ਸਾਈਡ ਨੂੰ ਦਿੱਤੀ ਜਾਂਦੀ ਹੈ ਅਤੇ ਸੈਕੰਡਰੀ ਸਾਈਡ ਜਾਂ HT ਸਾਈਡ ਖੁੱਲੀ ਰੱਖੀ ਜਾਂਦੀ ਹੈ। ਇੱਕ ਸਟੈਪ ਡਾਊਨ ਟਰਾਂਸਫਾਰਮਰ ਦੇ ਮਾਮਲੇ ਵਿੱਚ ਸੈਕੰਡਰੀ ਸਾਈਡ ਜਾਂ LT ਸਾਈਡ ਨੂੰ ਇਨਪੁੱਟ ਪਾਵਰ ਦਿੱਤੀ ਜਾਂਦੀ ਹੈ ਅਤੇ ਪ੍ਰਾਇਮਰੀ ਸਾਈਡ ਜਾਂ HT ਸਾਈਡ ਓਪਨ ਰੱਖੀ ਜਾਂਦੀ ਹੈ। AC 240 ਵੋਲਟ 50 ਹਰਟਜ਼ ਮੇਨ ਪਾਵਰ ਸਪਲਾਈ ਨਾਲ ਸਵਿਚ ਕੰਟਰੋਲ ਨਾਲ 3 ਪਿਨ ਸਾਕਟ ਨੂੰ ਕਨੈਕਟ ਕਰੋ ਅਤੇ ਆਟੋ ਟਰਾਂਸਫਾਰਮਰ ਨੂੰ ਸਾਕਟ ਵਿੱਚ ਲਗਾਓ। ਆਰਡੀਨਰੀ ਟਰਾਂਸਫਾਰਮਰ ਪ੍ਰਾਇਮਰੀ ਯਾਨੀ LT ਸਾਈਡ ਨੂੰ ਆਟੋ ਟਰਾਂਸਫਾਰਮਰਸ ਟਰਮੀਨਲਸ ਨਾਲ ਸੀਰੀਜ਼ ਵਿੱਚ ਇੱਕ ਮੂਵਿੰਗ ਹੋ ਰਹੇ ਆਇਰਨ ਐਮੀਟਰ ਅਤੇ ਇੱਕ ਵਾਟਮੀਟਰ ਦੁਆਰਾ ਕਨੈਕਟ ਕਰੋ, ਜਿਵੇਂ ਕਿ ਸਰਕਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। ਇਹ ਯਕੀਨੀ ਬਣਾਓ ਕਿ ਕਰੰਟ ਕੋਇਲ ਅਤੇ ਪ੍ਰੈਸ਼ਰ ਕੋਇਲ ਸੀਰੀਜ਼ ਅਤੇ ਪੈਰਲਲ ਜੁੜੇ ਹੋਏ ਹਨ, ਜਿਵੇਂ ਕਿ ਸਰਕਟ ਵਿੱਚ।
ਚੱਲ ਰਹੇ ਆਇਰਨ ਵੋਲਟਮੀਟਰ ਨੂੰ 0 ਤੋਂ 150 ਵੋਲਟ ਦੀ ਰੇਂਜ ਤੱਕ ਪ੍ਰਾਇਮਰੀ ਵਾਈਂਡਿੰਗ ਦੇ ਪੈਰਲਲ ਕਨੈਕਟ ਕਰੋ। ਇਹ ਯਕੀਨੀ ਬਣਾਓ ਕਿ ਆਟੋ ਟਰਾਂਸਫਾਰਮਰ ਨੌਬ ਨੂੰ 0 ਤੇ ਰੱਖਿਆ ਗਿਆ ਹੈ। ਹੁਣ ਮੇਨ ਪਾਵਰ ਸਪਲਾਈ ਅਤੇ ਆਟੋ ਟਰਾਂਸਫਾਰਮਰ ਨੂੰ ਚਾਲੂ ਕਰੋ। ਫਿਰ ਹੌਲੀ-ਹੌਲੀ ਵੋਲਟੇਜ ਨੂੰ ਪ੍ਰਾਇਮਰੀ ਰੇਟ ਕੀਤੇ ਵੋਲਟੇਜ ਤੱਕ ਵਧਾਓ, ਜਿਸ ਦੀ ਪੁਸ਼ਟੀ ਵੋਲਟਮੀਟਰ ਰੀਡਿੰਗ ਨਾਲ ਕੀਤੀ ਜਾ ਸਕਦੀ ਹੈ। ਟੈਬੂਲੇਸ਼ਨ ਵਿੱਚ ਵੋਲਟਮੀਟਰ, ਐਮੀਟਰ ਅਤੇ ਵਾਟਮੀਟਰ ਰੀਡਿੰਗ ਨੂੰ ਨੋਟ ਕਰੋ। ਓਪਨ ਸਰਕਟ ਟੈਸਟ ਤੋਂ ਆਇਰਨ ਦੇ ਲਾਸਸ ਜਾਂ ਕੋਰ ਦੇ ਲਾਸਸ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਇੱਕ ਟਰਾਂਸਫਾਰਮਰ ਦੇ ਫੁੱਲ ਲੋਡ ਕਾਪਰ ਦੇ ਲਾਸਸ ਨੂੰ ਨਿਰਧਾਰਤ ਕਰਨ ਲਈ ਇੱਕ ਸ਼ਾਰਟ ਸਰਕਟ ਟੈਸਟ ਕਰੋ। ਸਾਵਧਾਨੀ, ਸ਼ਾਰਟ ਸਰਕਟ ਟੈਸਟਿੰਗ ਸਿਰਫ ਹਾਈ ਟੈਂਸ਼ਨ ਸਾਈਡ ਤੇ ਕੀਤੀ ਜਾਂਦੀ ਹੈ, ਯਾਨੀ ਇਨਪੁਟ ਸਪਲਾਈ HT ਸਾਈਡ ਨਾਲ ਜੁੜੀ ਹੋਈ ਹੈ, ਅਤੇ ਸ਼ਾਰਟ ਸਰਕਟ ਟੈਸਟਿੰਗ ਸਿਰਫ LT ਸਾਈਡ ਕੀਤੀ ਜਾਂਦੀ ਹੈ। ਜੇਕਰ ਸ਼ਾਰਟ ਸਰਕਟ HT ਸਾਈਡ ਤੇ ਕੀਤੀ ਜਾਂਦੀ ਹੈ ਤਾਂ ਇਹ ਵਾਈਂਡਿੰਗਸ ਦੇ ਸੜਨ ਦਾ ਕਾਰਨ ਬਣ ਸਕਦੀ ਹੈ। ਸਟੈਪ ਅਪ ਟਰਾਂਸਫਾਰਮਰ ਵਿੱਚ ਇਨਪੁਟ ਸਪਲਾਈ ਅਤੇ ਮੀਟਰ ਸੈਕੰਡਰੀ ਸਾਈਡ HT ਤੇ ਜੁੜਿਆ ਹੋਇਆ ਹੈ ਅਤੇ ਸ਼ਾਰਟ ਸਰਕਟਿੰਗ ਪ੍ਰਾਇਮਰੀ ਸਾਈਡ LT ਤੇ ਕੀਤੀ ਜਾਂਦੀ ਹੈ। ਸਟੈਪ ਡਾਊਨ ਟਰਾਂਸਫਾਰਮਰ ਇਨਪੁਟ ਸਪਲਾਈ ਵਿੱਚ ਮੀਟਰ ਪ੍ਰਾਇਮਰੀ ਸਾਈਡ ਯਾਨੀ HT ਨਾਲ ਜੁੜਿਆ ਹੁੰਦਾ ਹੈ ਅਤੇ ਸ਼ਾਰਟ ਸਰਕਟਿੰਗ ਸੈਕੰਡਰੀ ਸਾਈਡ ਯਾਨੀ LT ਤੇ ਕੀਤੀ ਜਾਂਦੀ ਹੈ। ਆਰਡੀਨਰੀ ਟਰਾਂਸਫਾਰਮਰ ਦੀ ਸੈਕੰਡਰੀ ਸਾਈਡ ਜਾਂ HT ਸਾਈਡ ਨੂੰ ਸੀਰੀਜ਼ ਵਿੱਚ ਐਮੀਟਰ ਅਤੇ ਵਾਟਮੀਟਰ ਦੁਆਰਾ ਆਟੋ ਟਰਾਂਸਫਾਰਮਰ ਨਾਲ ਜੋੜੋ, ਜਿਵੇਂ ਕਿ ਸਰਕਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। ਮੂਵਿੰਗ ਆਇਰਨ ਦੇ ਵਾਟਮੀਟਰ ਨੂੰ ਕਨੈਕਟ ਕਰੋ 0 ਤੋਂ 300 ਵੋਲਟ ਦੀ ਰੇਂਜ ਤੱਕ। ਸੈਕੰਡਰੀ ਵਾਈਂਡਿੰਗ ਯਾਨੀ HT ਦੇ ਪੈਰਲਲ ਕਨੈਕਟ ਕਰੋ। ਸੈਕੰਡਰੀ ਵਾਈਂਡਿੰਗ ਦੇ ਵਿਚਕਾਰ 0 ਤੋਂ 5 ਐਂਪਸ ਤੱਕ ਦੇ ਐਮੀਟਰ ਨੂੰ ਜੋੜ ਕੇ ਇੱਕ ਪਤਲੀ ਇਨਸੂਲੇਟਡ ਕਾਪਰ ਦੀ ਵਾਇਰ ਦੀ ਯੂਜ਼ ਕਰਕੇ ਇੱਕ ਸ਼ਾਰਟ ਸਰਕਟ ਬਣਾਓ, ਜੋ ਵੱਧ ਤੋਂ ਵੱਧ ਲੋਡ ਕਰੰਟ ਨੂੰ ਲੈਣ ਲਈ ਕਾਫੀ ਵੱਡਾ ਹੈ। ਇਹ ਯਕੀਨੀ ਬਣਾਓ ਕਿ ਟਰਾਂਸਫਾਰਮਰ ਨੌਬ 0 ਤੇ ਹੈ। ਹੁਣ ਪਾਵਰ ਸਪਲਾਈ ਅਤੇ ਆਟੋ ਟਰਾਂਸਫਾਰਮਰ ਨੂੰ ਚਾਲੂ ਕਰੋ ਅਤੇ ਐਮੀਟਰ ਰੀਡਿੰਗ ਦੇਖ ਕੇ ਹੌਲੀ-ਹੌਲੀ ਰੇਟ ਕੀਤੇ ਕਰੰਟ ਤੱਕ ਵੋਲਟੇਜ ਵਧਾਓ, ਜੋ ਟਰਾਂਸਫਾਰਮਰ ਦੇ 10 ਐਂਪਸ ਹੈ। ਟੈਬੂਲੇਸ਼ਨ ਵਿੱਚ ਮੀਟਰ ਰੀਡਿੰਗਸ ਨੋਟ ਕਰੋ। ਸ਼ਾਰਟ ਸਰਕਟ ਟੈਸਟ ਤੋਂ ਕਾਪਰ ਜਾਂ ਵੇਰੀਏਬਲ ਲਾਸ ਦੀ ਕੈਲਕੂਲੇਸ਼ਨ ਕੀਤੀ ਜਾਣੀ ਹੈ। ਟਰਾਂਸਫਾਰਮਰ ਜਾਂ ਵੱਖ-ਵੱਖ ਲੋਡਸ ਦੀ ਐਫੀਸ਼ੀਐਂਸੀ ਦਾ ਪਤਾ ਲਗਾਓ। ਆਰਡੀਨਰੀ ਟਰਾਂਸਫਾਰਮਰ ਦੀ ਪ੍ਰਾਇਮਰੀ ਸਾਈਡ ਨੂੰ ਆਟੋ ਟਰਾਂਸਫਾਰਮਰ ਨਾਲ ਸੀਰੀਜ਼ ਵਿੱਚ ਐਮੀਟਰ A1 ਅਤੇ ਪਾਵਰ ਫੈਕਟਰ ਮੀਟਰ ਦੁਆਰਾ ਕਨੈਕਟ ਕਰੋ, ਜਿਵੇਂ ਕਿ ਸਰਕਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। ਇਹ ਯਕੀਨੀ ਬਣਾਓ ਕਿ ਪਾਵਰ ਫੈਕਟਰ ਮੀਟਰ ਦੇ ਕਰੰਟ ਅਤੇ ਵੋਲਟੇਜ ਕਾਇਲ ਸੀਰੀਜ਼ ਵਿੱਚ ਜੁੜੇ ਹੋਏ ਹਨ ਅਤੇ ਸਰਕਟ ਦੇ ਸੀਰੀਜ਼ ਅਤੇ ਪੈਰਲਲ ਹਨ। ਐਮੀਟਰ A2 ਅਤੇ ਵਾਟਮੀਟਰ ਨੂੰ ਸੈਕੰਡਰੀ ਵਾਈਂਡਿੰਗ ਅਤੇ ਲੋਡ ਦੇ ਵਿਚਕਾਰ ਕਨੈਕਟ ਕਰੋ, ਜਿਵੇਂ ਦਿਖਾਇਆ ਗਿਆ ਹੈ। 0 ਤੋਂ 150 ਵੋਲਟ ਤੱਕ ਦੇ ਵੋਲਟਮੀਟਰ V1 ਨੂੰ ਪ੍ਰਾਇਮਰੀ ਵਾਈਂਡਿੰਗ ਦੇ ਪੈਰਲਲ ਅਤੇ 0 ਤੋਂ 300 ਵੋਲਟ ਤੱਕ ਦੇ ਵੋਲਟਮੀਟਰ V2 ਨੂੰ ਸੈਕੰਡਰੀ ਵਾਈਂਡਿੰਗ ਦੇ ਪੈਰਲਲ ਕਨੈਕਟ ਕਰੋ। ਵੇਰੀਏਬਲ ਲੋਡ ਯਾਨੀ ਰੈਜ਼ਿਸਟਿਵ ਨੂੰ, ਜਿਸ ਵਿੱਚ ਸੈਕੰਡਰੀ ਸਾਈਡ ਤੇ ਹਰ ਇੱਕ ਲੈਂਪ ਲਈ ਇੰਡੀਵਿਜੂਅਲ ਕੰਟਰੋਲ ਦੇ ਨਾਲ ਇਨਕੈਂਡੈਸੈਂਟ ਲੈਂਪ ਹੁੰਦਾ ਹੈ, ਕਨੈਕਟ ਕਰੋ ਅਤੇ ਯਕੀਨੀ ਬਣਾਓ ਕਿ ਸਾਰੇ ਲੈਂਪ ਆਫ ਕੰਡੀਸ਼ਨ ਵਿੱਚ ਹਨ। ਇਹ ਯਕੀਨੀ ਬਣਾਓ ਕਿ ਆਟੋ ਟਰਾਂਸਫਾਰਮਰ ਨੂੰ 0 ਪੋਜੀਸ਼ਨ ਤੇ ਰੱਖਿਆ ਗਿਆ ਹੈ। ਸਵਿਚ S1 ਨੂੰ ਬੰਦ ਕਰੋ ਅਤੇ ਰੇਟਡ ਵੋਲਟੇਜ ਤੱਕ ਪਹੁੰਚਾਉਣ ਲਈ ਹੌਲੀ-ਹੌਲੀ ਆਟੋ ਟਰਾਂਸਫਾਰਮਰ ਤੇ ਰੇਟਡ ਆਉਟਪੁੱਟ ਵਧਾਓ। ਸਵਿਚ S2 ਬੰਦ ਕਰੋ ਅਤੇ ਇਨਕੈਂਡੈਸੈਂਟ ਲੈਂਪ ਇੱਕ-ਇੱਕ ਕਰਕੇ ਔਨ ਕਰੋ ਜਦੋਂ ਤੱਕ ਐਮੀਟਰ A2 25% ਲੋਡ ਨਹੀਂ ਭਰਦਾ। ਇਨਕੈਂਡੈਸੈਂਟ ਲੈਂਪ ਲੋਡ ਨੂੰ ਫੁੱਲ ਲੋਡ ਦਾ 50%, ਫੁੱਲ ਲੋਡ ਦਾ 75% ਅਤੇ ਫੁੱਲ ਲੋਡ ਦਾ 100% ਤੱਕ ਵਧਾਓ ਅਤੇ ਹਰ ਕੇਸ ਵਿੱਚ ਰੀਡਿੰਗ ਰਿਕਾਰਡ ਕਰੋ। ਹੁਣ ਰੈਜ਼ਿਸਟਿਵ ਲੈਂਪ ਲੋਡ ਨੂੰ ਹਟਾਓ ਅਤੇ ਵੇਰੀਏਬਲ ਟਿਊਬ ਲਾਈਟ ਨੂੰ ਇੰਡੀਵਿਜੂਅਲ ਕੰਟਰੋਲ ਸਵਿਚਾਂ ਨਾਲ ਕਨੈਕਟ ਕਰੋ। ਲਗਭਗ 0.9, 0.8, 0.7 ਅਤੇ ਪਾਵਰ ਫੈਕਟਰ ਪ੍ਰਾਪਤ ਕਰਨ ਲਈ ਟਿਊਬ ਲਾਈਟਸ ਨੂੰ ਚਾਲੂ ਕਰਕੇ ਉਪਰੋਕਤ ਸਟੈਪ ਦੁਹਰਾਓ ਅਤੇ ਟੇਬਲ ਵਿੱਚ ਰੀਡਿੰਗਸ ਰਿਕਾਰਡ ਕਰੋ। ਆਟੋ ਟਰਾਂਸਫਾਰਮਰ ਦੇ ਨੌਬ ਨੂੰ ਮਿਨੀਮਮ ਪੋਜੀਸ਼ਨ ਤੇ ਲਿਆਉਣ ਤੋਂ ਬਾਅਦ ਸਪਲਾਈ ਆਫ ਕਰੋ। ਦਿੱਤੇ ਗਏ ਫਾਰਮੂਲਾ ਯੂਜ਼ ਕਰਕੇ ਐਫੀਸ਼ੀਐਂਸੀ ਦੀ ਕੈਲਕੂਲੇਟ ਕਰੋ। ਪਰਸੈਂਟੇਜ ਐਫੀਸ਼ੀਐਂਸੀ ਆਉਟਪੁੱਟ ਨੂੰ ਇਨਪੁੱਟ ਨਾਲ ਡਿਵਾਈਡ ਅਤੇ 100 ਨਾਲ ਮਲਟੀਪਲਾਈ ਕਰਨ ਦੇ ਬਰਾਬਰ ਹੈ, ਜਾਂ ਪਰਸੈਂਟੇਜ ਐਫੀਸ਼ੀਐਂਸੀ ਆਉਟਪੁੱਟ ਨੂੰ ਆਉਟਪੁੱਟ ਨਾਲ ਡਿਵਾਈਡ ਕਰੋ ਲਾਸਸ ਜਮ੍ਹਾਂ ਕਰਨ ਅਤੇ 100 ਨਾਲ ਮਲਟੀਪਲਾਈ ਕਰਨ ਦੇ ਬਰਾਬਰ ਹੈ, ਜੋ ਕਿ W ਨੂੰ W ਨਾਲ ਡਿਵਾਈਡ ਕਰਕੇ ਜੋ W plus W1 ਦੁਆਰਾ ਡਿਵਾਈਡਡ ਕੀਤੇ ਗਏ W ਦੇ ਬਰਾਬਰ ਹੈ ਅਤੇ 100 ਨਾਲ ਮਲਟੀਪਲਾਈ ਕੀਤੇ ਜਾਂਦੇ ਹੈ,
ਜਿੱਥੇ W1 ਆਇਰਨ ਦੇ ਲਾਸਸ ਅਤੇ ਕਾਪਰ ਦੇ ਲਾਸਸ ਦੀ ਬਰਾਬਰ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਕਰ ਸਕੋਗੇ। ਆਇਰਨ ਜਾਂ ਕੋਰ ਦੇ ਲਾਸਸ ਦਾ ਪਤਾ ਲਗਾਉਣ ਲਈ ਇੱਕ ਓਪਨ ਸਰਕਟ ਟੈਸਟ ਕਰਨਾ, ਪੂਰੇ ਲੋਡ ਕਾਪਰ ਦੇ ਲਾਸਸ ਨੂੰ ਨਿਰਧਾਰਿਤ ਕਰਨ ਲਈ ਇੱਕ ਸ਼ਾਰਟ ਸਰਕਟ ਟੈਸਟ ਕਰਨਾ, ਵੱਖ-ਵੱਖ ਲੋਡਸ ਤੇ ਟਰਾਂਸਫਾਰਮਰ ਦੇ ਐਫੀਸ਼ੀਐਂਸੀ ਦਾ ਪਤਾ ਲਗਾਉਣਾ, ਇੱਕ ਸਿੰਗਲ ਫੇਸ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਨੂੰ ਨਿਰਧਾਰਿਤ ਕਰਨ ਲਈ ਓਪਨ ਅਤੇ ਸ਼ਾਰਟ ਸਰਕਟ ਟੈਸਟ ਕਿਵੇਂ ਕਰਨਾ ਹੈ, ਇਸ ਬਾਰੇ ਐਕਸਰਸਾਈਜ਼ ਖਤਮ ਹੁੰਦੀ ਹੈ। ਤੁਹਾਡਾ ਧੰਨਵਾਦ। ਅਗਲੇ ਐਕਸਰਸਾਈਜ਼ ਵਿੱਚ ਮਿਲਦੇ ਹਾਂ।